ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ ਭਾਈ ਹਰਦਾਸ ਪਿਤਾ ਹਰਦਾਸ ਤੇ ਮਾਤਾ ਦਇਆ ਕੌਰ ਜੀ ਦੇ ਘਰ ਹੁੰਦਾ ਹੈ। ਅਜੇ 4 ਸਾਲ ਦੇ ਹੁੰਦੇ ਹਨ ਜੇਠਾ ਜੀ ਤੇ ਉਹਨਾਂ ਦੀ ਮਾਤਾ ਕਾਲ ਚਲਾਣਾ ਕਰ ਜਾਂਦੀ ਹੈ। ਤਕਰੀਬਨ 7 ਸਾਲ ਦੀ ਉਮਰੇ ਪਿਤਾ ਵੀ ਅਕਾਲ ਚਲਾਣਾ ਕਰ ਜਾਂਦੇ ਹਨ ਤੇ ਸਕੇ ਸੰਬੰਧੀ ਆਉਂਦੇ ਹਨ। ਬਾਸਰ ਕੇ ਤੂੰ ਨਾਨੀ ਜੀ ਵੀ ਆਏ ਹੁੰਦੇ ਹਨ। ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਸੰਸਕਾਰ ਤੋਂ ਬਾਅਦ ਭੋਗ ਤੋਂ ਬਾਅਦ ਚਲੇ ਜਾਂਦੇ ਹਨ ਤੇ ਨਾਨੀ ਜੀ ਜੇਠਾ ਜੀ ਦੇ ਕੋਲ ਰਹਿੰਦੇ ਹਨ। ਉਹ 15-20 ਦਿਨ ਦੇਖਦੇ ਹਨ ਕਿ ਸਾਕ ਸੰਬੰਧੀ ਜਿਹੜੇ ਹਨ ਤਾਏ ਚਾਚੇ ਹਨ ਉਹ ਆ ਕੇ ਭਾਈ ਜੇਠਾ ਜੀ ਦੀ ਵਾਹ ਫੜਨਗੇ, ਪਰ ਕੋਈ ਵੀ ਨਹੀਂ ਆਉਂਦਾ ਤੇ ਆ ਕੇ ਕੋਈ ਦੁਲਾਰ ਨਹੀਂ ਕਰਦਾ। ਤੇ ਨਾਨੀ ਜੀ ਅਜੇ ਲਾਹੌਰ ਵਿੱਚ ਹੀ ਰਹਿ ਰਹੇ ਹਨ ਤੇ ਉੱਥੇ ਜੇਠਾ ਜੀ ਨੂੰ ਘੁੰਗੜੀਆਂ ਉਬਾਲ ਕੇ ਦੇ ਦਿੰਦੇ ਹਨ ਤੇ ਉਹ ਲਾਹੌਰ ਦੀਆਂ ਸੜਕਾਂ ਤੇ ਜਾ ਕੇ ਵੇਚ ਆਉਂਦੇ ਹਨ। ਇਹ ਗੱਲ ਉਹਨਾਂ ਦੇ ਸਾਕ ਸੰਬੰਧੀਆਂ ਨੂੰ ਚੰਗੀ ਨਹੀਂ ਲੱਗਦੀ ਤੇ ਉਹ ਆ ਕੇ ਨਾਨੀ ਜੀ ਨੂੰ ਸ਼ਿਕਾਇਤ ਕਰਦੇ ਹਨ ਕਿ ਇਹ ਗੱਲ ਤੁਸੀਂ ਠੀਕ ਨਹੀਂ ਕਰ ਰਹੇ, ਸਾਡੀ ਤੁਸੀਂ ਤੇ ਲਾਹੌਰ ਦੇ ਵਿੱਚ ਵੀ ਇੱਜ਼ਤ ਖਰਾਬ ਕਰ ਰਹੇ ਹੋ। ਤੇ ਨਾਨੀ ਜੀ ਉੱਥੋਂ ਕਹਿੰਦੇ ਹਨ ਜਦ ਸਕੇ ਸੰਬੰਧੀਆਂ ਨੇ ਸਾਥ ਨਹੀਂ ਦੇਣਾ ਤੇ ਉਹ ਜੇਠੇ ਨੂੰ ਨਾਲ ਲੈ ਕੇ ਬਾਸਰਕੇ ਆ ਜਾਂਦੇ ਹਨ। ਜਦ ਬਾਸਰਕੇ ਪਹੁੰਚਦੇ ਹਨ ਤੇ ਜੇਠੇ ਦੇ ਪਿਤਾ ਦਾ ਦੇਹਾਂਤ ਜੋ ਸਾਰੇ ਪਿੰਡ ਨੂੰ ਪਤਾ ਹੈ ਆ ਕੇ ਅਫਸੋਸ ਕਰਦੇ ਹਨ ਨਾਨੀ ਜੀ ਕੋਲ। ਤੇ ਜੇਠਾ ਜੀ ਨੂੰ ਇੱਥੇ ਵੀ ਨਾਨੀ ਜੀ ਘੁੰਗੜੀਆਂ ਉਬਾਲ ਕੇ ਦੇ ਦਿੰਦੇ ਤੇ ਉਹ ਬਾਸਰਕੇ ਵਿੱਚ ਵੇਚ ਆਉਂਦੇ ਸਨ ਤੇ ਆਪਣਾ ਗੁਜ਼ਾਰਾ ਕਰਦੇ ਸਨ। ਐਸੇ ਜਗ੍ਹਾ ਤੇ ਗੁਰੂ ਅਮਰਦਾਸ ਜੀ ਦਾ ਵੀ ਜਨਮ ਸਥਾਨ ਹੈ ਤੇ ਉੱਥੇ ਹੀ ਗੁਰੂ ਅਮਰਦਾਸ ਜੀ ਜਿਹੜੇ ਹਨ ਨਾਨੀ ਜੀ ਨੂੰ ਮਿਲਦੇ ਹਨ। ਅਜੇ ਉਹ ਗੁਰੂ ਨਹੀਂ ਬਣੇ ਸਰ, ਗੁਰੂ ਜੀ ਦੀ ਸੇਵਾ ਵਿੱਚ ਲੱਗੇ ਹੋਏ ਸਨ ਤੇ ਥੋੜਾ ਸਮੇਂ ਬਾਅਦ ਗੁਰਗੱਦੀ ਜਦ ਗੁਰੂ ਅਮਰਦਾਸ ਜੀ ਨੂੰ ਮਿਲਦੀ ਹੈ ਤੇ ਉਹ ਗੋਇੰਦਵਾਲ ਸਾਹਿਬ ਚਲੇ ਜਾਂਦੇ ਹਨ ਤੇ ਉੱਥੇ ਜਾ ਕੇ ਸੇਵਾ ਦਾ ਕੰਮ ਆਰੰਭ ਕਰ ਦਿੰਦੇ ਹਨ। ਤੇ ਉੱਥੇ ਹੀ ਨਾਨੀ ਜੀ ਅਤੇ ਭਾਈ ਜੇਠਾ ਜੀ ਨੂੰ ਉੱਥੇ ਹੀ ਬੁਲਾ ਲੈਂਦੇ ਹਨ। ਭਾਈ ਜੇਠਾ ਜੀ ਗੋਇੰਦਵਾਲ ਸਾਹਿਬ ਪਹੁੰਚ ਕੇ ਵੱਧ ਚੜ ਕੇ ਗੁਰੂ ਘਰ ਦੀ ਸੇਵਾ ਕਰਦੇ ਹਨ। ਸਵੇਰ ਦੇ ਸਮੇਂ ਉਹ ਜਾ ਕੇ ਬਾਜ਼ਾਰ ਵਿੱਚ ਘੁੰਗੜੀਆਂ ਵੇਚ ਆਉਂਦੇ ਹਨ ਤੇ ਸ਼ਾਮਾਂ ਨੂੰ ਜਿੰਨਾ ਵੀ ਸਮਾਂ ਬਚਦਾ ਹੈ ਆ ਕੇ ਗੁਰੂ ਘਰ ਦੀ ਸੇਵਾ ਕਰਦੇ ਹਨ, ਲੰਗਰ ਦੀ ਸੇਵਾ ਕਰਦੇ ਹਨ, ਭਾਂਡੇ ਮਾਂਜਦੇ ਹਨ, ਝਾੜੂ ਲਾਉਂਦੇ ਹਨ। ਤੇ ਉਹਨਾਂ ਦਿਨਾਂ ਵਿੱਚ ਹੀ ਗੋਇੰਦਵਾਲ ਸਾਹਿਬ ਦੀ ਵੀ ਸੇਵਾ ਆਰੰਭ ਹੋਈ ਸੀ। ਕਾਫੀ ਸਮੇਂ ਬੀਤ ਗਿਆ ਉੱਥੇ ਸੇਵਾ ਕਰਦੇ ਹੋਏ ਤੇ ਇੱਕ ਵਾਰੀ ਮਾਤਾ ਮਨਸਾ ਦੇਵੀ ਜੀ ਗੁਰੂ ਅਮਰਦਾਸ ਜੀ ਕੋਲ ਆਉਂਦੇ ਹਨ, ਕਹਿੰਦੇ ਹਨ ਕਿ ਭਾਨੀ ਹੁਣ ਵੱਡੀ ਹੋ ਗਈ ਹੈ, ਤੁਸੀਂ ਉਹਦੇ ਕੋਈ ਰਿਸ਼ਤੇ ਦੀ ਗੱਲ ਤੋਰੋ। ਤੇ ਗੁਰੂ ਜੀ ਕਹਿੰਦੇ ਹਨ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਹੈ। ਤੇ ਇੰਨੇ ਵਿੱਚ ਭਾਈ ਜੇਠਾ ਜੀ ਉਧਰੋਂ ਦੀ ਲੰਘ ਰਹੇ ਸਨ ਤੇ ਉਹ ਕਹਿੰਦੇ ਜਿਸ ਤਰ੍ਹਾਂ ਦਾ ਉਹ ਗੱਭਰੂ ਜਵਾਨ ਜਾ ਰਿਹਾ ਹੈ ਨਾ, ਸਾਨੂੰ ਤੇ ਇਸ ਤਰ੍ਹਾਂ ਦਾ ਹੀ ਜਵਾਈ ਚਾਹੀਦਾ ਹੈ। ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ ਕਿ ਇਸ ਤਰ੍ਹਾਂ ਦਾ ਤੇ ਇਹ ਹੀ ਨਹੀਂ, ਹੋਰ ਕੋਈ ਨਹੀਂ ਹੋ ਸਕਦਾ। ਤੇ ਉਸ ਨੂੰ ਜੇਠੇ ਜੀ ਨੂੰ ਬੁਲਾ ਲੈਂਦੇ ਨੇ ਆਪਣੇ ਕੋਲ ਤੇ ਭਾਨੀ ਜੀ ਦਾ ਵਿਆਹ ਜੇਠਾ ਜੀ ਦੇ ਨਾਲ ਕਰ ਦਿੰਦੇ ਹਨ। ਭਾਨੀ ਜੀ ਵੀ ਤੇ ਜੇਠਾ ਜੀ ਵੀ ਉੱਥੇ ਵੱਧ ਚੜ ਕੇ ਗੁਰੂ ਘਰ ਦੀ ਸੇਵਾ ਕਰਦੇ ਹਨ। ਬਾਉਲੀ ਸਾਹਿਬ ਦੀ ਸੇਵਾ ਜਿਹੜੀ ਆਰੰਭ ਹੋ ਚੁੱਕੀ ਸੀ ਉਹ ਭਾਈ ਜੇਠਾ ਜੀ ਟੋਕਰੀਆਂ ਢੋ ਕੇ ਮਿੱਟੀ ਜਿਹੜੀ ਬਚਦੀ ਹੈ ਉਹਨੂੰ ਲਿਆ ਕੇ ਬਾਹਰ ਸੁੱਟਦੇ ਸਨ, ਸੇਵਾ ਕਰਦੇ ਸਨ। ਤੇ ਇੱਕ ਵਾਰੀ ਉਹਨਾਂ ਦੇ ਸਰੀਕੇ ਜਿਹੜੇ ਲਾਹੌਰ ਰਹਿੰਦੇ ਸਨ ਉਹ ਉਸ ਥਾਂ ਤੇ ਆਉਂਦੇ ਹਨ। ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਰਾਮਦਾਸ ਜੀ ਹੁਣ ਗੁਰੂ ਅਮਰਦਾਸ ਜੀ ਦੇ
ਜੋ ਕਿ ਗੁਰੂ ਰਾਮਦਾਸ ਜੀ ਅਜੇ ਬਣੇ ਰਹੇ ਸੀ। ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੇ ਜਵਾਈ ਬਣੇ ਹੋਏ ਹਨ ਤੇ ਆ ਕੇ ਤੱਕਦੇ ਹਨ ਕਿ ਇੱਥੇ ਉੱਥੇ ਤੇ ਹੈ ਯਤੀਮ ਦੀ ਜ਼ਿੰਦਗੀ ਬਿਤਾ ਰਹੇ ਸਨ ਤੇ ਹੁਣ ਇੱਥੇ ਇਹਨਾਂ ਦਾ ਕੀ ਹਿਸਾਬ ਕਿਤਾਬ ਹੈ। ਆ ਕੇ ਤੱਕਦੇ ਹਨ ਕਿ ਭਾਈ ਜੇਠਾ ਜੀ ਤੇ ਟੋਕਰੀ ਚੁੱਕ ਕੇ ਲਿਆਏ ਹੋਏ ਹਨ ਤੇ ਜੇਠਾ ਜੀ ਨੇ ਪਛਾਣ ਕੇ ਉਹਨਾਂ ਨੂੰ ਟੋਕਰੀ ਨੀਚੇ ਰੱਖ ਕੇ ਉਹਨਾਂ ਸਭ ਨੂੰ ਪ੍ਰਣਾਮ ਕੀਤਾ, ਮੱਥਾ ਟੇਕਿਆ ਤੇ ਉਹ ਭਾਈ ਜੇਠੇ ਦੀ ਬਾਂਹ ਫੜ ਕੇ ਗੁਰੂ ਅਮਰਦਾਸ ਜੀ ਕੋਲ ਲੈ ਆਉਂਦੇ ਹਨ ਕਿ ਤੁਸੀਂ ਆਪਣੇ ਜਵਾਈ ਦੀ ਕਦਰ ਨਹੀਂ ਕਰਦੇ, ਉਹਦੇ ਸਿਰ ਤੇ ਤੁਸੀਂ ਟੋਕਰੀ ਢਵਾਈ ਹੋਈ ਹੈ। ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਕਿਹੜੀ ਟੋਕਰੀ? ਕਹਿੰਦੇ ਇਹ ਦੇਖੋ ਸਾਰੀ ਮਿੱਟੀ ਦੀ ਟੋਕਰੀ। ਕਹਿੰਦੇ ਇਹ ਮਿੱਟੀ ਦੀ ਟੋਕਰੀ ਨਹੀਂ ਹੈ ਤੇ ਇਹਨਾਂ ਦੇ ਸਿਰ ਤੇ ਤਾਜ ਹੈ। ਪਰ ਉਹ ਬੁਰਾ ਭਲਾ ਕਹਿੰਦੇ ਹਨ ਤੇ ਗੁਰੂ ਰਾਮਦਾਸ ਜੀ ਜੋ ਅਜੇ ਬਣੇ ਸੀ ਭਾਈ ਜੇਠਾ ਜੀ ਮੱਥਾ ਟੇਕਦੇ ਹਨ ਗੁਰੂ ਅਮਰਦਾਸ ਜੀ ਨੂੰ, ਕਹਿੰਦੇ ਹਨ ਕਿ ਨਹੀਂ ਇਹਨਾਂ ਨੂੰ ਮਾफ़ ਕਰ ਦਿਓ ਗੁਰੂ ਜੀ, ਇਹਨਾਂ ਨੂੰ ਕੁਝ ਸਮਝ ਨਹੀਂ ਹੈ, ਇਸ ਗੱਲ ਦੀ ਪਤਾ ਨਹੀਂ ਹੈ, ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਮਾफ़ ਕਰ। ਉਹ ਬੁਰਾ ਭਲਾ ਗੁਰੂ ਜੀ ਨੂੰ ਕਹਿੰਦੇ ਹੋਏ ਉੱਥੋਂ ਚਲੇ ਜਾਂਦੇ ਹਨ ਤੇ ਭਾਈ ਜੇਠਾ ਜੀ ਉੱਥੇ ਮਨ ਕਰਕੇ ਸੇਵਾ ਕਰਦੇ ਹਨ। ਸਮਾਂ ਬੀਤਦਾ ਜਾਂਦਾ ਹੈ। ਗੁਰੂ ਮਹਾਰਾਜ ਭਾਈ ਜੇਠੇ ਦੀ ਕਈ ਤਰੀਕਿਆਂ ਦੀ ਪ੍ਰੀਖਿਆ ਲੈਂਦੇ ਹਨ ਤੇ ਹਰ ਪ੍ਰੀਖਿਆ ਵਿੱਚ ਭਾਈ ਜੇਠਾ ਜੀ ਸਫਲ ਹੋ ਜਾਂਦੇ ਹਨ। ਕੋਈ ਵੀ ਕਦੀ ਕਿੰਤੂ ਪਰੰਤੂ ਨਹੀਂ ਕੀਤਾ, ਸੇਵਾ ਕਰਨ ਨੂੰ 24 ਘੰਟੇ ਤਿਆਰ ਰਹਿੰਦੇ ਸਨ। ਤੇ ਉਹ ਸਮਾਂ ਆਉਂਦਾ ਹੈ ਜਦ 94 ਸਾਲ ਦੀ ਉਮਰ ਹੋ ਜਾਂਦੀ ਹੈ ਭਾਈ ਗੁਰੂ ਅਮਰਦਾਸ ਜੀ ਦੀ ਤੇ ਉਹ ਬਾਬਾ ਬੁੱਢਾ ਜੀ ਨੂੰ ਕਹਿੰਦੇ ਹਨ ਕਿ ਹੁਣ ਭਾਈ ਜੇਠਾ ਜੀ ਨੂੰ ਬਸਤਰ ਪਵਾਏ ਜਾਣ ਤੇ ਬਾਬਾ ਬੁੱਢਾ ਜੀ ਸਮਝ ਜਾਂਦੇ ਹਨ ਕਿ ਹੁਣ ਜਿਹੜੀ ਹੈ ਆਪਣੀ ਜੋਤ ਇਹਨਾਂ ਨੇ ਭਾਈ ਜੇਠੇ ਵਿੱਚ ਟਿਕਾਣੀ ਹੈ। ਤੇ ਭਾਈ ਜੇਠਾ ਜੀ ਨੂੰ ਨਰੇਲ ਰੱਖ ਕੇ 5 ਪੈਸੇ ਰੱਖ ਕੇ ਮੱਥਾ ਟੇਕਿਆ ਜਾਂਦਾ ਹੈ ਤੇ ਸਾਰੇ ਮੱਥਾ ਟੇਕਦੇ ਹਨ ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜਾ ਮੱਥਾ ਨਹੀਂ ਟੇਕੇਗਾ ਉਹ ਗੁਰੂ ਘਰ ਦਾ ਦਰੋਹੀ ਹੋਏਗਾ। ਗੁਰੂ ਰਾਮਦਾਸ ਜੀ ਹੁਣ ਸਿੱਖਾਂ ਦੇ ਚੌਥੇ ਗੁਰੂ ਹੋਣਗੇ। ਕਈ ਉਸ ਦੇ ਵਿੱਚ ਇਨਕਾਰ ਵੀ ਸੋਚਦੇ ਹਨ ਕਿ ਇਹ ਕੱਲ ਤੱਕ ਤੇ ਇੱਥੇ ਘੁੰਗੜੀਆਂ ਵੇਚਦੇ ਸਨ, ਸੇਵਾ ਕਰਦੇ ਸਨ, ਅੱਜ ਗੁਰੂ ਕਿਸ ਤਰ੍ਹਾਂ ਬਣ ਗਏ। ਪਰ ਗੁਰੂ ਮਹਾਰਾਜ ਦੀ ਕਿਰਪਾ ਜਿਸ ਦੇ ਵਿੱਚ ਜੋਤ ਟਿਕਾ ਦਿੱਤੀ ਉਹ ਗੁਰੂ ਹਨ ਤੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰੂ ਰਾਮਦਾਸ ਜੀ ਬਣ ਗਏ। ਤੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਅੱਜ ਸਾਰੀ ਦੁਨੀਆ ਯਾਦ ਕਰਦੀ ਹੈ। ਹਰਿਮੰਦਰ ਸਾਹਿਬ ਜਿੱਥੇ ਹਰ ਕੋਈ ਪ੍ਰਾਣੀ ਜਾਣਾ ਚਾਹੁੰਦਾ ਹੈ ਉੱਥੇ ਮਸਤਕ ਝੁਕਾ ਕੇ ਮਨ ਇੱਛਾ ਖੁਸ਼ੀਆਂ ਪਾਉਂਦੇ ਹਨ।